ਤਾਂ ਫਿਰ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਡਵਾਂਸ ਵਿੱਚ ਆਪਣੀ ਓਰੀਜਨਲ ਡਿਗਰੀ ਕਿੱਦਾਂ ਲੈ ਸਕਦੇ ਹੋ। ਓਰੀਜਨਲ ਡਿਗਰੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਓਰੀਜਨਲ ਡਿਗਰੀ ਅਗਰ ਹੋਵੇ ਫਿਰ ਹੀ ਤੁਸੀਂ ਇੱਕ ਵਧੀਆ ਕੰਪਨੀ ਵਿੱਚ ਜੌਬ ਲੈ ਸਕਦੇ ਹੋ। ਅਤੇ ਅਗਰ ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਫੋਰਨ ਜਾਣ ਬਾਰੇ ਸੋਚ ਰਹੇ ਹੋ, ਫਿਰ ਵੀ ਅਗਰ ਤੁਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਸੀਟ ਲੈਣੀ ਹੈ ਤਾਂ ਤੁਹਾਨੂੰ ਤੁਹਾਡੀ ਡਿਗਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਆਮ ਤੌਰ 'ਤੇ ਜਿਹੜੀ ਤੁਹਾਡੀ ਡਿਗਰੀ ਆਉਂਦੀ ਆ ਉਹ ਜਦੋਂ ਤੁਹਾਡਾ ਬਿਲਕੁਲ ਲਾਸਟ ਸਮੈਸਟਰ ਦੇ ਐਗਜ਼ਾਮ ਪੂਰੇ ਹੋ ਜਾਂਦੇ ਆ ਅਤੇ ਉਸਦਾ ਰਿਜ਼ਲਟ ਆ ਜਾਂਦਾ, ਤਾਂ ਰਿਜ਼ਲਟ ਤੋਂ 1 ਸਾਲ ਬਾਅਦ ਜਾ ਕੇ ਤੁਹਾਡੇ ਕਾਲਜ ਕੌਨਵੋਕੇਸ਼ਨ ਹੁੰਦੀ ਆ। ਕੌਨਵੋਕੇਸ਼ਨ 'ਤੇ ਜਾ ਕੇ ਹੀ ਤੁਹਾਨੂੰ ਤੁਹਾਡੀ ਓਰੀਜਨਲ ਡਿਗਰੀ ਦਿੱਤੀ ਜਾਂਦੀ ਆ। ਪਰ ਇਸ ਵਾਰ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਕਰੋਨਾ ਦੀ ਸਿਚੁਏਸ਼ਨ ਆ ਉਹ ਬਹੁਤ ਜ਼ਿਆਦਾ ਬੁਰੀ ਹੈ, ਅਤੇ ਇਸ ਵਾਰ ਕੌਨਵੋਕੇਸ਼ਨ ਹੋਣਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਆ। ਇਸ ਕਰਕੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਡਿਗਰੀ ਐਡਵਾਂਸ ਵਿੱਚ ਹੀ ਮਿਲ ਜਾਵੇ ਤਾਂ ਤੁਸੀਂ ਵੀ ਮੇਰੀ ਤਰ੍ਹਾਂ ਆਪਣੀ ਡਿਗਰੀ ਐਡਵਾਂਸ ਵਿੱਚ ਲੈ ਸਕਦੇ ਹੋ। ਤਾਂ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਦਾ ਮੇਨ ਟੌਪਿਕ ਕਿ ਤੁਸੀਂ ਆਪਣੀ ਡਿਗਰੀ ਕਿੱਦਾਂ ਲੈਣੀ ਹੈ। ਸਭ ਤੋਂ ਪਹਿਲਾਂ ਤੁਸੀਂ ਗੂਗਲ 'ਤੇ ਜਾ ਕੇ ਪੰਜਾਬ ਯੂਨੀਵਰਸਿਟੀ ਦੀ ਸਾਈਟ ਨੂੰ ਸਰਚ ਕਰ ਲੈਣਾ। ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੈਬਸਾਈਟ ਖੋਲ੍ਹ ਲਈ ਆ ਤਾਂ ਹੁਣ ਤੁਹਾਨੂੰ ਜਿਹੜੀ ਤੁਹਾਡੀ ਓਰੀਜਨਲ ਡਿਗਰੀ ਆ ਉਹਨੂੰ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਇੱਕ PDF ਫਾਰਮ ਭਰਨਾ ਪੈਣਾ ਵਾ, ਤਾਂ ਕਿ ਤੁਸੀਂ ਉਹ ਦਿਖਾ ਕੇ ਯੂਨੀਵਰਸਿਟੀ ਆਪਣੀ ਡਿਗਰੀ ਲੈ ਸਕੋ। ਤਾਂ ਮੈਂ ਹੁਣ ਤੁਹਾਨੂੰ ਦਿਖਾਉਣਾ ਕਿ ਤੁਸੀਂ ਉਹ ਫਾਰਮ ਕਿੱਥੋਂ ਡਾਊਨਲੋਡ ਕਰਨਾ। ਸਭ ਤੋਂ ਪਹਿਲਾਂ ਤੁਸੀਂ ਲੈਫਟ ਸਾਈਡ 'ਤੇ ਧਿਆਨ ਦੇਣਾ ਵਾ ਅਤੇ ਥੱਲੇ ਥੱਲੇ ਸਕਰੋਲ ਕਰਨਾ। ਉਸ ਤੋਂ ਬਾਅਦ ਤੁਸੀਂ ਇੱਥੇ ਲੱਭਣਾ ਵਾ ਯੂਨੀਵਰਸਿਟੀ ਫਾਰਮਸ। ਆ ਦੇਖੋ ਆਪਾਂ ਨੂੰ ਇੱਥੇ ਲੈਫਟ ਸਾਈਡ 'ਤੇ ਮਿਲ ਚੁੱਕਿਆ ਵਾ ਟੈਲੀਫੋਨ ਡਾਇਰੈਕਟਰੀ ਦੇ ਥੱਲੇ ਯੂਨੀਵਰਸਿਟੀ ਫਾਰਮਸ। ਤੁਸੀਂ ਯੂਨੀਵਰਸਿਟੀ ਫਾਰਮਸ 'ਤੇ ਕਲਿੱਕ ਕਰ ਦੇਣਾ। ਹੁਣ ਇੱਥੇ ਤੁਹਾਡੇ ਸਾਹਮਣੇ ਬਹੁਤ ਸਾਰੇ ਯੂਨੀਵਰਸਿਟੀ ਦੇ ਫਾਰਮ ਆ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ, ਜਿਵੇਂ ਐਲੂਮਨੀ ਮੈਂਬਰ ਦੇ ਫਾਰਮ ਆ ਗਏ ਜਾਂ ਐਂਟਰੈਂਸ ਐਗਜ਼ਾਮੀਨੇਸ਼ਨ ਦੇ ਫਾਰਮ ਆ ਚੁੱਕੇ ਨੇ। ਪਰ ਤੁਸੀਂ ਇਸ ਸਾਈਡ ਵੱਲ ਧਿਆਨ ਨਹੀਂ ਦੇਣਾ, ਤੁਸੀਂ ਰਾਈਟ ਸਾਈਡ ਨੂੰ ਇਗਨੋਰ ਕਰਨਾ, ਤੁਸੀਂ ਫਿਰ ਤੋਂ ਲੈਫਟ ਸਾਈਡ ਵੱਲ ਹੀ ਧਿਆਨ ਦੇਣਾ ਵਾ। ਅਤੇ ਲੈਫਟ ਸਾਈਡ ਵੱਲ ਤੁਸੀਂ ਲੱਭਣਾ ਵਾ ਜਨਰਲ ਫਾਰਮਸ। ਅਤੇ ਤੁਸੀਂ ਦੇਖ ਸਕਦੇ ਇੱਥੇ ਆਪਾਂ ਨੂੰ ਫਾਰਮਸ ਰਿਲੇਟਡ ਕਾਲਜ ਦੇ ਥੱਲੇ ਜਨਰਲ ਫਾਰਮਸ ਮਿਲ ਚੁੱਕੇ ਨੇ। ਹੁਣ ਤੁਸੀਂ ਜਨਰਲ ਫਾਰਮਸ 'ਤੇ ਕਲਿੱਕ ਕਰ ਦੇਣਾ। ਜਨਰਲ ਫਾਰਮਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਿਰ ਤੋਂ ਬਹੁਤ ਜ਼ਿਆਦਾ ਫਾਰਮਸ ਆ ਜਾਣਗੇ, ਜਿੱਦਾਂ ਕਿ ਰਿਵਾਈਜ਼ ਫੀਸ ਦੇ ਆ ਗਏ ਜਾਂ ਫਿਰ ਐਪਲੀਕੇਸ਼ਨ ਚੇਂਜ ਇਨ ਨੇਮ। ਪਰ ਤੁਸੀਂ ਫਿਰ ਤੋਂ ਥੱਲੇ ਥੱਲੇ ਸਕਰੋਲ ਕਰਦੇ ਰਹਿਣਾ। ਅਤੇ ਇੱਥੇ ਹੁਣ ਤੁਹਾਡੇ ਸਾਹਮਣੇ ਆ ਚੁੱਕਿਆ ਵਾ ਫਾਰਮ ਫॉर ਡਿਗਰੀ ਇਨ ਐਬਸੈਂਸ਼ੀਆ। ਇਹੀ ਫਾਰਮ ਆ ਜਿਹੜਾ ਤੁਸੀਂ ਇੱਥੋਂ ਡਾਊਨਲੋਡ ਕਰਨਾ ਵਾ। ਡਾਊਨਲੋਡ ਦਾ ਲਿੰਕ ਤੁਹਾਨੂੰ ਥੱਲੇ ਹੀ ਦਿੱਤਾ ਹੋਇਆ ਵਾ, ਜੋ ਕਿ ਇੱਕ PDF ਫਾਰਮ ਵਿੱਚ ਆ। ਇੱਥੇ ਤੁਸੀਂ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਲੈਣਾ। ਆ ਦੇਖ ਲਓ ਤੁਹਾਡੇ ਸਾਹਮਣੇ ਫਾਰਮ ਡਾਊਨਲੋਡ ਹੋ ਚੁੱਕਿਆ ਵਾ। ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਫਾਰਮ ਵਿੱਚ ਕੀ ਕੀ ਡਿਟੇਲਸ ਭਰਨੀਆਂ ਨੇ। ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ ਡਿਗਰੀ ਇਨ ਐਬਸੈਂਟੀਆ ਦਾ ਫਾਰਮ ਆ ਇਹ ਸਿਰਫ ਓਰੀਜਨਲ ਡਿਗਰੀ ਲਈ ਆ, ਇਹ ਕਿਸੇ ਪ੍ਰੋਵੀਜ਼ਨਲ ਡਿਗਰੀ ਲਈ ਨਹੀਂ ਹੈਗੀ। ਜੇ ਤੁਸੀਂ ਡਿਗਰੀ ਇਨ ਐਬਸੈਂਟੀਆ ਦਾ ਫਾਰਮ ਭਰ ਕੇ ਆਪਣੀ ਡਿਗਰੀ ਲੈ ਲੈਂਦੇ ਹੋ, ਫਿਰ ਤੁਹਾਨੂੰ 1 ਸਾਲ ਬਾਅਦ ਜਿਹੜੀ ਤੁਹਾਡੇ ਕਾਲਜ ਕੌਨਵੋਕੇਸ਼ਨ ਹੁੰਦੀ ਆ ਉਸ 'ਤੇ ਤੁਹਾਨੂੰ ਕੋਈ ਵੀ ਡਿਗਰੀ ਨਹੀਂ ਮਿਲਦੀ। ਇਹੀ ਤੁਹਾਡੀ ਓਰੀਜਨਲ ਡਿਗਰੀ ਹੈ ਜਿਹੜੀ ਕਿ ਤੁਹਾਨੂੰ ਤੁਹਾਡੇ ਟਾਈਮ ਤੋਂ ਪਹਿਲਾਂ ਹੀ ਮਿਲ ਜਾਂਦੀ ਹੈ। ਤਾਂ ਹੁਣ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਤੁਸੀਂ ਇਸ ਫਾਰਮ ਨੂੰ ਕਿੱਦਾਂ ਫਿਲ ਕਰਨਾ ਵਾ। ਸਭ ਤੋਂ ਪਹਿਲਾਂ ਤੁਸੀਂ ਉੱਪਰਲੀ ਸਾਈਡ ਨੋਟ ਕਰੋ ਜਿੱਥੇ ਮੈਂ ਰੈਡ ਟੈਕਸਟ ਵਿੱਚ ਲਿਖਿਆ ਵਾ PU ਸਟਾਫ ਓਨਲੀ। ਇੱਥੇ ਕੇਸ ਨੰਬਰ ਲਿਖਿਆ ਅਤੇ ਇੱਥੇ ਸੀਰੀਅਲ ਨੰਬਰ ਲਿਖਿਆ। ਉੱਥੇ ਸਿਰਫ PU ਦਾ ਸਟਾਫ ਹੀ ਆਪਣੀ ਇਨਫੋਰਮੇਸ਼ਨ ਫਿਲ ਕਰੂਗਾ, ਤੁਸੀਂ ਇੱਥੇ ਕੁਝ ਵੀ ਆਪਣੇ ਵੱਲੋਂ ਫਿਲ ਨਹੀਂ ਕਰਨਾ। ਉਸ ਤੋਂ ਬਾਅਦ ਤੁਸੀਂ ਥੱਲੇ ਆ ਜਾਣਾ ਵਾ ਜਿੱਥੇ ਲਿਖਿਆ ਹੋਇਆ ਪਾਰਟੀਕੂਲਰਸ ਆਫ ਐਪਲੀਕੈਂਟ। ਇੱਥੇ ਤੁਸੀਂ ਕੈਪੀਟਲ ਲੈਟਰਸ ਵਿੱਚ ਆਪਣਾ ਨੇਮ ਫਿਲ ਕਰ ਦੇਣਾ ਵਾ, ਜਿੱਦਾਂ ਕਿ ਜਿਹੜਾ ਵੀ ਤੁਹਾਡਾ ਨੇਮ ਆ। ਜਿੱਦਾਂ ਕਿ ਮੈਂ ਇੱਥੇ ਕੈਪੀਟਲ ਅਕਸ਼ਰ ਵਿੱਚ ਲਿਖਦਾ ਐਕਸਪਰਟ, ਉਸ ਤੋਂ ਬਾਅਦ ਸਪੇਸ ਪਾ ਕੇ ਜਸ। ਉਸ ਤੋਂ ਬਾਅਦ ਉਸ ਦੇ ਥੱਲੇ ਤੁਸੀਂ ਆਪਣੇ ਫਾਦਰ ਦਾ ਨੇਮ ਲਿਖ ਦੇਣਾ, ਅਤੇ ਫਾਦਰ ਦਾ ਨੇਮ ਵੀ ਤੁਸੀਂ ਕੈਪੀਟਲ ਲੈਟਰਸ ਵਿੱਚ ਹੀ ਲਿਖਣਾ ਵਾ। ਅਤੇ ਜਿਹੜਾ ਰਾਈਟ ਸਾਈਡ 'ਤੇ ਇੱਥੇ ਬੈਂਕ ਡਰਾਫਟ ਯੂਨੀਵਰਸਿਟੀ ਸਿਪ ਲਿਖਿਆ ਵਾ, ਇਹ ਜਿਹੜੀ ਇਨਫੋਰਮੇਸ਼ਨ ਆ ਇਹ ਤੁਸੀਂ ਯੂਨੀਵਰਸਿਟੀ ਜਾ ਕੇ ਤੁਸੀਂ ਖੁਦ ਫਿਲ ਕਰਨੀ ਆ। ਇਹ ਤੁਸੀਂ ਘਰ ਬੈਠ ਕੇ ਨਹੀਂ ਫਿਲ ਕਰ ਸਕਦੇ, ਕਿਉਂਕਿ ਇਹ ਇਨਫੋਰਮੇਸ਼ਨ ਤੁਸੀਂ ਉਦੋਂ ਫਿਲ ਕਰਨੀ ਹੈ ਜਦੋਂ ਤੁਸੀਂ ਆਪਣੀ ਪੇਮੈਂਟ ਕਰ ਚੁੱਕੇ ਹੋਵੋਗੇ ਆਪਣੀ ਡਿਗਰੀ ਐਬਸੈਂਟੀਆ ਲੈਣ ਦੇ ਲਈ। ਹੁਣ ਫਾਦਰਸ ਨੇਮ ਦੇ ਥੱਲੇ ਤੁਹਾਡਾ ਲਿਖਿਆ ਹੋਇਆ ਵਾ ਰਜਿਸਟ੍ਰੇਸ਼ਨ ਨੰਬਰ। ਰਜਿਸਟ੍ਰੇਸ਼ਨ ਨੰਬਰ ਤੁਹਾਡੀ DMC, ਤੁਸੀਂ ਜਿਹੜੇ ਮਰਜ਼ੀ ਸਮੈਸਟਰ ਦੀ DMC ਚੱਕ ਲਓ, ਤੁਹਾਡੇ ਹਰ ਸਮੈਸਟਰ ਦੀ DMC 'ਤੇ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਊਗਾ। ਤੁਸੀਂ ਉਹ ਵਾਲਾ ਰਜਿਸਟ੍ਰੇਸ਼ਨ ਨੰਬਰ ਚੱਕ ਕੇ ਇੱਥੇ ਫਿਲ ਕਰ ਦੇਣਾ ਵਾ। ਹੁਣ ਤੁਸੀਂ ਇਸ ਤੋਂ ਵੀ ਥੱਲੇ ਆ ਜਾਣਾ ਅਤੇ ਆਪਣੀ ਇਨਫੋਰਮੇਸ਼ਨ ਭਰਨੀ ਹੈ ਪਾਰਟੀਕੂਲਰ ਆਫ ਐਗਜ਼ਾਮੀਨੇਸ਼ਨ ਪਾਸਡ 'ਤੇ। ਜਿੱਥੇ ਤੁਹਾਡਾ ਐਗਜ਼ਾਮੀਨੇਸ਼ਨ ਲਿਖਿਆ ਹੋਇਆ ਵਾ ਇੱਥੇ ਤੁਸੀਂ ਆਪਣੇ ਲਾਸਟ ਸਮੈਸਟਰ ਬਾਰੇ ਇਨਫੋਰਮੇਸ਼ਨ ਦੇਣੀ ਹੈ, ਜਿਹੜਾ ਵੀ ਤੁਸੀਂ ਆਪਣਾ ਲਾਸਟ ਐਗਜ਼ਾਮ ਪਾਸ ਕੀਤਾ ਵਾ। ਜਿੱਦਾਂ ਕਿ ਸਮਝ ਲਓ ਮੈਂ BCom ਪਾਸ ਕਰ ਲਈ ਅਤੇ ਮੈਂ ਇੱਥੇ ਲਿਖੂੰਗਾ BCom 6th ਸਮੈਸਟਰ। ਤਾਂ ਫਿਰ ਯਾਦ ਰੱਖਿਓ ਤੁਸੀਂ ਇੱਥੇ ਆਪਣੀ ਡਿਗਰੀ ਦਾ ਨਾਮ ਇਕੱਲਾ ਨਹੀਂ ਭਰਨਾ, ਜਿੱਦਾਂ ਕਿ ਤੁਸੀਂ ਇੱਥੇ ਇਕੱਲਾ BCom ਭਰ ਦਿਓ ਜਾਂ ਇਕੱਲਾ BA ਭਰ ਦਿਓ। ਤੁਸੀਂ ਆਪਣੇ ਨਾਲ BCom ਦੇ ਨਾਲ 6th ਸਮੈਸਟਰ ਜ਼ਰੂਰ ਲਿਖਣਾ ਵਾ। ਜਿਹੜਾ ਵੀ ਤੁਸੀਂ ਆਪਣਾ ਲਾਸਟ ਸਮੈਸਟਰ ਦੇ ਐਗਜ਼ਾਮ ਦਿੱਤੇ ਆ ਤੁਸੀਂ ਨਾਲ ਸਮੈਸਟਰ ਜ਼ਰੂਰ ਆਪਣਾ ਮੈਂਸ਼ਨ ਕਰਨਾ। ਉਸ ਤੋਂ ਬਾਅਦ ਜਿਹੜੀ ਤੁਹਾਡੀ ਇਨਫੋਰਮੇਸ਼ਨ ਆਉਂਦੀ ਆ ਉਹ ਆ ਰੋਲ ਨੰਬਰ। ਰੋਲ ਨੰਬਰ ਵਿੱਚ ਤੁਸੀਂ ਆਪਣਾ ਯੂਨੀਵਰਸਿਟੀ ਦਾ ਰੋਲ ਨੰਬਰ ਭਰਨਾ ਵਾ, ਸਿਰਫ ਕਾਲਜ ਦਾ ਰੋਲ ਨੰਬਰ ਨਹੀਂ ਭਰਨਾ।
ਉਸ ਤੋਂ ਬਾਅਦ ਤੁਹਾਡਾ ਆਉਂਦਾ ਵਾ ਸੈਸ਼ਨ ਤੇ ਈਅਰ। ਸੈਸ਼ਨ ਤੇ ਈਅਰ ਵਿੱਚ ਤੁਸੀਂ ਇੱਦਾਂ ਇਨਫੋਰਮੇਸ਼ਨ ਭਰਨੀ ਹੈ ਕਿ ਤੁਸੀਂ ਕਦੋਂ ਆਪਣੀ ਡਿਗਰੀ ਸਟਾਰਟ ਕੀਤੀ ਸੀ ਅਤੇ ਕਦੋਂ ਤੁਹਾਡੀ ਖਤਮ ਹੋਈ ਹੈ। ਜਿੱਦਾਂ ਕਿ ਸਮਝ ਲਓ ਮੈਂ 2017 ਵਿੱਚ ਸ਼ੁਰੂ ਕੀਤੀ ਆ ਅਤੇ 2020 ਵਿੱਚ ਖਤਮ ਹੋ ਗਈ। ਇਸ ਕਰਕੇ ਤੁਸੀਂ ਇੱਦਾਂ ਸੈਸ਼ਨ 'ਤੇ ਆਪਣਾ ਈਅਰ ਭਰਨਾ ਵਾ। ਨੈਕਸਟ ਪੁਆਇੰਟ ਤੁਹਾਡਾ ਆਉਂਦਾ ਵਾ ਮਾਰਕਸ ਆਬਟੇਨਡ। ਮਾਰਕਸ ਆਬਟੇਨਡ ਵਿੱਚ ਤੁਸੀਂ ਆਪਣੇ ਟੋਟਲ ਮਾਰਕਸ ਭਰਨੇ ਨੇ ਜਿਹੜੇ ਤੁਹਾਡੇ ਪੂਰੀ ਟੋਟਲ ਡਿਗਰੀ ਵਿੱਚ ਆਏ ਨੇ। ਤੁਸੀਂ ਇੱਥੇ ਸਿਰਫ ਆਪਣੇ ਕਿਸੇ ਇੱਕ ਸਮੈਸਟਰ ਦੇ ਮਾਰਕਸ ਨਹੀਂ ਭਰਨੇ, ਤੁਸੀਂ ਆਪਣੇ ਜਿਹੜੀ ਪੂਰੀ ਤੁਹਾਡੀ ਡਿਗਰੀ ਦੇ ਮਾਰਕਸ ਨੇ ਤੁਸੀਂ ਉਹਦਾ ਪੂਰਾ ਟੋਟਲ ਭਰਨਾ ਵਾ। ਅਤੇ ਨਾਲ ਇਹ ਵੀ ਦੱਸਣਾ ਵਾ ਕਿ ਤੁਸੀਂ ਇਹ ਮਾਰਕਸ ਕਿੰਨਿਆਂ ਵਿੱਚੋਂ ਲਏ ਆ। ਜਿੱਦਾਂ ਕਿ ਤੁਹਾਨੂੰ ਜਿਹੜਾ ਹੁਣ 6 ਸਮੈਸਟਰ ਤੁਸੀਂ ਅਗਰ ਐਗਜ਼ਾਮ ਦਿਓਗੇ ਤਾਂ ਲਾਸਟ ਵਿੱਚ ਤੁਹਾਡੇ ਉਸ DMC 'ਤੇ ਲਿਖਿਆ ਹੋਊਗਾ ਕਿ ਤੁਸੀਂ ਕਿੰਨੇ ਵਿੱਚੋਂ ਕਿੰਨੇ ਮਾਰਕਸ ਹਾਸਿਲ ਕੀਤੇ ਨੇ। ਆਪਣੇ ਮਾਰਕਸ ਬਾਰੇ ਇਨਫੋਰਮੇਸ਼ਨ ਭਰਨ ਤੋਂ ਬਾਅਦ ਤੁਸੀਂ ਆਪਣੀ ਭਰਨੀ ਹੈ ਡਿਵੀਜ਼ਨ। ਡਿਵੀਜ਼ਨ ਵੀ ਤੁਹਾਨੂੰ ਪਤਾ ਹੀ ਹੈ, ਅਗਰ ਤੁਹਾਡੇ ਮਾਰਕਸ 60% ਤੋਂ ਅਬਵ ਨੇ, ਮਤਲਬ ਤੁਹਾਡੀ ਪਰਸੈਂਟੇਜ 60% ਆ, ਜੇ 60% ਤੋਂ ਉੱਪਰ ਆ ਤਾਂ ਤੁਸੀਂ ਇੱਥੇ ਫਸਟ ਡਿਵੀਜ਼ਨ ਭਰ ਦੇਣਾ। ਜੇ ਤੁਹਾਡੇ ਮਾਰਕਸ 60% ਤੋਂ ਥੱਲੇ ਨੇ ਫਿਰ ਤੁਸੀਂ ਇੱਥੇ ਸੈਕੰਡ ਡਿਵੀਜ਼ਨ ਭਰ ਦੇਣਾ ਵਾ। ਉਸ ਤੋਂ ਇਲਾਵਾ ਜਿਹੜਾ ਲਾਸਟ ਆਪਸ਼ਨ ਆ ਕਾਲਜ ਡਿਸਟ੍ਰਿਕਟ ਵਾਲਾ, ਉਹ ਸਿਰਫ ਪ੍ਰਾਈਵੇਟ ਸਟੂਡੈਂਟਸ ਲਈ ਆ। ਉਹਨਾਂ ਨੇ ਆਪਣੇ ਕਾਲਜ ਦਾ ਨਾਮ ਇੱਥੇ ਭਰ ਦੇਣਾ ਵਾ। ਰੈਗੂਲਰ ਸਟੂਡੈਂਟਸ ਨੇ ਇੱਥੇ ਕੋਈ ਵੀ ਇਨਫੋਰਮੇਸ਼ਨ ਨਹੀਂ ਭਰਨੀ। ਉਸ ਤੋਂ ਬਾਅਦ ਹੁਣ ਆਪਾਂ ਅੱਗੇ ਦੇਖਦੇ ਹਾਂ ਜਿੱਥੇ ਲਿਖਿਆ ਹੋਇਆ ਡੇਟਡ। ਡੇਟਡ 'ਤੇ ਤੁਸੀਂ ਉਸ ਦਿਨ ਡੇਟ ਪਾਉਣੀ ਹੈ ਜਦੋਂ ਤੁਸੀਂ ਯੂਨੀਵਰਸਿਟੀ ਜਾਓਗੇ ਆਪਣੀ ਅਸਲੀ ਡਿਗਰੀ ਲੈਣ ਲਈ। ਉਸ ਤੋਂ ਬਾਅਦ ਰਾਈਟ ਸਾਈਡ 'ਤੇ ਲਿਖਿਆ ਹੋਇਆ ਸਿਗਨੇਚਰ ਆਫ ਐਪਲੀਕੈਂਟ, ਉੱਥੇ ਤੋਂ ਤੁਸੀਂ ਆਪਣੇ ਸਾਈਨ ਕਰ ਹੀ ਦੇਣੇ ਨੇ। ਅਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਮੇਨ ਸਟੈਪ ਆ ਉਹ ਅਟੈਸਟੇਸ਼ਨ। ਜਿਹੜੀ ਅਟੈਸਟੇਸ਼ਨ ਆ ਇਹ ਤੁਸੀਂ ਨਹੀਂ ਕਰਨੀ, ਇਹ ਤੁਹਾਡੇ ਕਾਲਜ ਦੁਆਰਾ ਕੀਤੀ ਜਾਊਗੀ। ਅਤੇ ਅਟੈਸਟੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਤੁਸੀਂ ਅਟੈਸਟੇਸ਼ਨ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਕੋਈ ਵੀ ਡਿਗਰੀ ਨਹੀਂ ਮਿਲੂਗੀ। ਅਟੈਸਟੇਸ਼ਨ ਦਾ ਪ੍ਰੋਸੈਸ ਵੀ ਮੈਂ ਤੁਹਾਨੂੰ ਇੱਕ ਵਾਰ ਪੂਰੀ ਤਰ੍ਹਾਂ ਐਕਸਪਲੇਨ ਕਰ ਦਿੰਦਾ। ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣਾ ਫਾਰਮ ਕੱਢ ਲਿਆ, ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਭਰ ਕੇ ਆਪਣੇ ਕਾਲਜ ਨੂੰ ਜਾਣਾ ਵਾ। ਕਾਲਜ ਜਾ ਕੇ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਦੇਣੀ ਹੈ ਕਿ ਤੁਸੀਂ ਡਿਗਰੀ ਐਬਸੈਂਟੀਆ ਲੈਣੇ ਚਾਹੁੰਦੇ ਹੋ। ਇਸ ਕਰਕੇ ਜਿਹੜਾ ਤੁਹਾਡਾ ਕਾਲਜ ਆ ਉਹ ਤੁਹਾਨੂੰ ਤੁਹਾਡੇ ਫਾਰਮ 'ਤੇ ਅਟੈਸਟੇਸ਼ਨ ਕਰਕੇ ਦੇਵੇ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕਾਲਜ ਆ, ਤੁਹਾਡੇ ਕਾਲਜ ਦਾ ਪ੍ਰਿੰਸੀਪਲ ਤੁਹਾਡੇ ਇਸ ਫਾਰਮ 'ਤੇ ਆਪਣੀ ਕਾਲਜ ਦੀ ਸਟੈਂਪ ਲਾ ਦਿੰਦਾ ਵਾ। ਅਤੇ ਸਟੈਂਪ ਵਿੱਚ ਕਾਲਜ ਦੀ ਪੂਰੀ ਡਿਟੇਲਸ ਦਿੱਤੀਆਂ ਹੁੰਦੀਆਂ ਨੇ, ਇਸ ਲਈ ਸਿਰਫ ਤੁਸੀਂ ਇੱਥੇ ਸਟੈਂਪ ਲਗਵਾਉਣੀ ਹੁੰਦੀ ਆ। ਨਾਲ ਹੀ ਤੁਹਾਨੂੰ ਥੱਲੇ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਅਟੈਸਟੇਸ਼ਨ ਦਾ ਪ੍ਰੋਸੈਸ ਆ ਉਹ ਤੁਸੀਂ ਕਿਸ ਤੋਂ ਕਰਵਾ ਸਕਦੇ ਹੋ। ਜਿੱਦਾਂ ਕਿ ਤੁਸੀਂ ਪ੍ਰਿੰਸੀਪਲ ਆਫ ਕਾਲਜ ਤੋਂ ਕਰਾ ਸਕਦੇ ਹੋ, ਚੇਅਰਪਰਸਨ ਆਫ ਡਿਪਾਰਟਮੈਂਟ ਕੰਸਰਨਡ ਤੋਂ ਕਰਵਾ ਸਕਦੇ ਹੋ, ਇਸ ਤੋਂ ਇਲਾਵਾ ਪ੍ਰਿੰਸੀਪਲ ਆਫ ਐਨ ਐਫੀਲੀਏਟਡ ਕਾਲਜ ਤੋਂ ਵੀ ਕਰਵਾ ਸਕਦੇ ਹੋ। ਇਸ ਕਰਕੇ ਅਟੈਸਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ, ਇਸ ਤੋਂ ਬਿਨਾਂ ਤੁਹਾਨੂੰ ਤੁਹਾਡੀ ਡਿਗਰੀ ਨਹੀਂ ਮਿਲੂਗੀ। ਹੁਣ ਲਾਸਟ 'ਤੇ ਆਉਂਦਾ ਵਾ ਐਡਰੈਸ ਦਾ ਪ੍ਰੋਸੈਸ। ਐਡਰੈਸ ਤੁਸੀਂ ਇੱਥੇ ਵੈਸੇ ਹੀ ਭਰ ਦੇਣਾ ਵਾ। ਵੈਸੇ ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਤੁਸੀਂ ਜਿਹੜੀ ਡਿਗਰੀ ਆ ਉਹ ਯੂਨੀਵਰਸਿਟੀ ਜਾ ਕੇ ਹੀ ਲੈ ਕੇ ਆਓ, ਕਿਉਂਕਿ ਅਗਰ ਤੁਸੀਂ ਉੱਥੇ ਜਾ ਕੇ ਲੈ ਕੇ ਆਉਂਦੇ ਤਾਂ ਤੁਹਾਨੂੰ ਸੇਮ ਡੇ ਹੀ ਡਿਗਰੀ ਮਿਲ ਜਾਂਦੀ ਆ। ਇਸ ਕਰਕੇ ਤੁਸੀਂ ਆਪਣਾ ਟਾਈਮ ਸੇਵ ਕਰੋ। ਅਤੇ ਉਸ ਤੋਂ ਇਲਾਵਾ ਜੇ ਤੁਹਾਡੀ ਡਿਗਰੀ ਗੁੰਮ ਜਾਂਦੀ ਹੈ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ। ਇਸ ਕਰਕੇ ਤੁਸੀਂ ਯੂਨੀਵਰਸਿਟੀ ਜਾ ਕੇ ਹੀ ਆਪਣੀ ਡਿਗਰੀ ਲੈ ਕੇ ਆਓ। ਜੇ ਤੁਸੀਂ ਯੂਨੀਵਰਸਿਟੀ ਜਾ ਕੇ ਵੀ ਆਪਣੀ ਡਿਗਰੀ ਲੈਣੀ ਹੈ ਫਿਰ ਵੀ ਤੁਹਾਨੂੰ ਇੱਥੇ ਐਡਰੈਸ ਤਾਂ ਫਿਲ ਕਰਨਾ ਹੀ ਪੈਣਾ ਵਾ। ਮੈਂ ਵੀ ਇੱਥੇ ਐਡਰੈਸ ਫਿਲ ਕੀਤਾ ਸੀ, ਇਸ ਕਰਕੇ ਤੁਸੀਂ ਆਪਣਾ ਇੱਥੇ ਐਡਰੈਸ ਫਿਲ ਕਰ ਦੇਣਾ ਵਾ ਦੋਨੋਂ ਸਾਈਡਸ 'ਤੇ, ਐਡਰੈਸ ਆਫ ਕਰੋਸਪੋਂਡੈਂਸ 'ਤੇ ਵੀ ਅਤੇ ਐਡਰੈਸ ਆਫ ਡਿਸਪੈਚ ਆਫ ਡਿਗਰੀ 'ਤੇ ਵੀ। ਤਾਂ ਫਿਰ ਹੁਣ ਜੇ ਤੁਸੀਂ ਆਪਣਾ ਸਾਰਾ ਪ੍ਰੋਸੈਸ ਕੰਪਲੀਟ ਕਰ ਲਿਆ, ਤੁਸੀਂ ਆਪਣੇ ਫਾਰਮ 'ਤੇ ਡਿਟੇਲਸ ਭਰ ਲਈਆਂ, ਇਸ ਤੋਂ ਇਲਾਵਾ ਤੁਸੀਂ ਆਪਣੇ ਕਾਲਜ 'ਚ ਜਾ ਕੇ ਅਟੈਸਟੇਸ਼ਨ ਵੀ ਕਰਵਾ ਲਈ। ਹੁਣ ਜਿਹੜਾ ਨੈਕਸਟ ਸਟੈਪ ਆ ਉਹ ਆ ਯੂਨੀਵਰਸਿਟੀ ਜਾ ਕੇ ਆਪਣੀ ਡਿਗਰੀ ਲੈਣਾ। ਆਪਣੀ ਡਿਗਰੀ ਲੈਣਾ ਕੋਈ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈਗਾ, ਇਹ ਬਹੁਤ ਜ਼ਿਆਦਾ ਈਜ਼ੀ ਪ੍ਰੋਸੈਸ ਆ। ਮੈਂ ਤੁਹਾਨੂੰ ਇਕੱਲਾ ਸਟੈਪ ਐਕਸਪਲੇਨ ਕਰ ਦਿੰਦਾ। ਤਾਂ ਫਿਰ ਸਭ ਤੋਂ ਜਿਹੜਾ ਪਹਿਲਾ ਪ੍ਰੋਸੈਸ ਆ ਉਹ ਆ PU ਜਾਣਾ। ਅਤੇ ਯਾਦ ਰੱਖੋ ਕਿ ਜਦੋਂ ਤੁਸੀਂ PU ਜਾਣਾ ਵਾ ਤਾਂ ਤੁਸੀਂ ਇਸ ਟਾਈਮਿੰਗ 'ਤੇ ਤੁਰਨਾ ਵਾ ਕਿ ਤੁਸੀਂ ਅਰਲੀ ਮੋਰਨਿੰਗ ਉੱਥੇ 10 ਵਜੇ ਤੱਕ ਤੁਸੀਂ ਉੱਥੇ ਪਹੁੰਚ ਜਾਓ। ਅਗਰ ਤੁਸੀਂ 10 ਵਜੇ ਤੋਂ ਲੇਟ ਹੁੰਦੇ ਹੋ ਫਿਰ ਤੁਹਾਡੇ ਚਾਂਸ ਹੈਗੇ ਕਿ ਤੁਹਾਨੂੰ ਡਿਗਰੀ ਸੇਮ ਡੇ ਨਾ ਮਿਲੇ। ਇਸ ਕਰਕੇ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਯੂਨੀਵਰਸਿਟੀ ਸਵੇਰੇ 10 ਵਜੇ ਤੱਕ ਪਹੁੰਚ ਹੀ ਜਾਓ। ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਪਹੁੰਚ ਗਏ ਤਾਂ ਜਿਹੜਾ ਮੇਨ ਗੇਟ ਆ ਤੁਸੀਂ ਉਸ ਤੋਂ ਅੰਦਰ ਜਾ ਕੇ ਲੈਫਟ ਸਾਈਡ ਮੁੜ ਜਾਣਾ ਵਾ। ਲੈਫਟ ਸਾਈਡ ਮੁੜ ਕੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਜਿਹੜੇ ਸਿੰਗਲ ਵਿੰਡੋ ਇਨਕੁਆਇਰੀ ਵਾਲਾ ਆਫਿਸ ਆ ਉਹ ਕਿੱਥੇ ਆ। ਉਹ ਤੁਹਾਨੂੰ ਦੱਸ ਦੇਣਗੇ ਜਿਹੜਾ ਸਿੰਗਲ ਵਿੰਡੋ ਇਨਕੁਆਇਰੀ ਆਫਿਸ ਕਿੱਥੇ ਆ। ਜਿਹੜਾ ਸਿੰਗਲ ਵਿੰਡੋ ਇਨਕੁਆਇਰੀ ਆਫਿਸ ਆ ਉਹ ਬਹੁਤ ਜ਼ਿਆਦਾ ਨੀਅਰ ਆ, ਤੁਹਾਨੂੰ ਯੂਨੀਵਰਸਿਟੀ ਵਿੱਚ ਜ਼ਿਆਦਾ ਦੂਰ ਨਹੀਂ ਘੁੰਮਣਾ ਪਊਗਾ। ਜਦੋਂ ਤੁਸੀਂ ਸਿੰਗਲ ਵਿੰਡੋ ਇਨਕੁਆਇਰੀ ਆਫਿਸ ਪਹੁੰਚ ਗਏ ਤਾਂ ਯਾਦ ਰੱਖਿਓ ਤੁਸੀਂ ਆਪਣੀਆਂ ਸਾਰੀਆਂ DMCਆਂ ਲੈ ਕੇ ਜਾਣੀਆਂ ਨੇ। ਉਸ ਤੋਂ ਇਲਾਵਾ ਤੁਸੀਂ ਆਪਣਾ ਫਾਰਮ ਵੀ ਲੈ ਕੇ ਜਾਣਾ ਵਾ ਜਿਹੜਾ ਤੁਸੀਂ ਆਪਣੇ ਕਾਲਜ ਤੋਂ ਅਟੈਸਟੇਸ਼ਨ ਕਰਾਇਆ ਵਾ, ਅਤੇ ਨਾਲ ਆਪਣੀ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਲੈ ਕੇ ਜਾਣੀ ਆ। ਇਹ 3 ਚੀਜ਼ਾਂ ਤੁਹਾਡੇ ਕੋਲ ਹੋਣੀਆਂ ਹੀ ਚਾਹੀਦੀਆਂ ਨੇ। ਜਿਹੜੇ ਸਿੰਗਲ ਵਿੰਡੋ ਇਨਕੁਆਇਰੀ ਵਾਲੇ ਬੰਦੇ ਨੇ ਉਹ ਸਿਰਫ ਤੁਹਾਡਾ ਫਾਰਮ ਦੇਖਣਗੇ ਅਤੇ ਤੁਹਾਡਾ ਆਧਾਰ ਕਾਰਡ ਦੇਖਣਗੇ। ਉਸ ਤੋਂ ਬਾਅਦ ਉਹ ਤੁਹਾਡੇ ਫਾਰਮ ਦੇ ਪਿੱਛੇ ਕੁਝ ਡਿਟੇਲਸ ਲਿਖ ਦੇਣਗੇ, ਜਿੱਦਾਂ ਕਿ ਪੇਮੈਂਟ ਕੋਡ ਲਿਖ ਦੇਣਗੇ, ਅਤੇ ਤੁਹਾਨੂੰ ਕਹਿਣਗੇ ਕਿ ਹੁਣ ਤੁਸੀਂ ਜਾ ਕੇ ਬੈਂਕ ਵਿੱਚ ਇਸ ਦੀ ਪੇਮੈਂਟ ਕਰਕੇ ਆਓ। ਹੁਣ ਜਿਹੜਾ ਤੁਹਾਡਾ ਨੈਕਸਟ ਸਟੈਪ ਆ ਉਹ ਆ ਬੈਂਕ ਵਿੱਚ ਜਾ ਕੇ ਇਸ ਦੀ ਪੇਮੈਂਟ ਕਰਨਾ। ਜਿਹੜੀ ਬੈਂਕ ਆ ਉਹ ਸਿੰਗਲ ਵਿੰਡੋ ਇਨਕੁਆਇਰੀ ਦੇ ਬਿਲਕੁਲ ਸਾਹਮਣੇ ਹੀ ਆ, ਉੱਥੇ SBI ਦੀ ਬ੍ਰਾਂਚ ਆ। ਤੁਸੀਂ ਉੱਥੇ ਜਾ ਕੇ ਹੀ ਸਿੰਪਲੀ ਉਸਦੇ ਬਿਲਕੁਲ ਹੀ 10 ਕਦਮਾਂ ਦੀ ਦੂਰੀ 'ਤੇ ਹੀ ਬੈਂਕ ਆ, ਤੁਸੀਂ ਉੱਥੇ ਜਾ ਕੇ ਆਪਣੀ ਪੇਮੈਂਟ ਕਰ ਦੇਣੀ ਆ। ਜਿਹੜੀ ਤੁਹਾਡੀ ਓਰੀਜਨਲ ਡਿਗਰੀ ਲੈਣ ਲਈ ਜਿਹੜੀ ਫੀਸ ਹੈ, ਯਾਨੀ ਕਿ ਤੁਹਾਡੀ ਡਿਗਰੀ ਇਨ ਐਬਸੈਂਟੀਆ ਲੈਣ ਲਈ ਜਿਹੜੀ ਫੀਸ ਆ ਉਹ 1400 ਤੋਂ ਲੈ ਕੇ 1500 ਰੁਪਏ ਤੱਕ। ਜਿਹੜੀ ਮੇਰੀ ਐਗਜ਼ੈਕਟ ਵੈਲਿਊ ਲੱਗੀ ਸੀ ਉਹ ਸੀਗੀ 1430 ਰੁਪਏ, ਪਰ ਇਹ ਜਿਹੜੇ ਪ੍ਰਾਈਸ ਨੇ ਉਹ ਚੇਂਜ ਹੁੰਦੇ ਰਹਿੰਦੇ ਆ। ਇਸ ਕਰਕੇ ਤੁਸੀਂ 1500 ਤੋਂ 1600 ਰੁਪਏ ਲੈ ਕੇ ਜ਼ਰੂਰ ਨਾਲ ਲੈ ਕੇ ਜਾਇਓ।
ਜਦੋਂ ਤੁਸੀਂ SBI ਦੀ ਬ੍ਰਾਂਚ ਵਿੱਚ ਆਪਣੀ ਪੇਮੈਂਟ ਕਰ ਦੋਗੇ ਤਾਂ ਤੁਹਾਨੂੰ ਉੱਥੋਂ ਰਿਸਿਪਟ ਮਿਲ ਜਾਊਗੀ। ਰਿਸਿਪਟ ਵਿੱਚ ਜਿਹੜੀ ਇਨਫੋਰਮੇਸ਼ਨ ਹੋਊਗੀ ਉਹ ਫਿਰ ਤੁਸੀਂ ਆਪਣੇ ਜਿਹੜਾ ਫਾਰਮ ਆ ਉਹਦੇ ਵਿੱਚ ਭਰ ਦੇਣੀ ਹੈ, ਜਿਹੜੀ ਮੈਂ ਤੁਹਾਨੂੰ ਪਿੱਛੇ ਵੀਡੀਓ ਵਿੱਚ ਦੱਸਿਆ ਸੀ ਕਿ ਜਿਹੜੀ ਡਿਟੇਲਸ ਤੁਸੀਂ ਯੂਨੀਵਰਸਿਟੀ ਵਿੱਚ ਜਾ ਕੇ ਭਰਨੀਆਂ ਨੇ, ਹੁਣ ਤੁਸੀਂ ਉਸ ਰਿਸਿਪਟ ਤੋਂ ਦੇਖ ਕੇ ਉਸ ਵਿੱਚ ਉਹ ਇਨਫੋਰਮੇਸ਼ਨ ਭਰ ਦੇਣੀਆਂ ਨੇ। ਹੁਣ ਤੁਹਾਡਾ ਪੇਮੈਂਟ ਵਾਲਾ ਪ੍ਰੋਸੈਸ ਪੂਰਾ ਹੋ ਚੁੱਕਿਆ ਵਾ। ਹੁਣ ਤੁਸੀਂ ਦੁਬਾਰਾ ਤੋਂ ਆਪਣੀ ਰਿਸਿਪਟ ਲੈ ਕੇ ਉੱਥੇ ਹੀ ਸਿੰਗਲ ਵਿੰਡੋ ਇਨਕੁਆਇਰੀ ਜਾਣਾ ਵਾ ਅਤੇ ਉਹਨਾਂ ਤੋਂ ਪਾਸ ਲੈਣਾ ਵਾ। ਪਾਸ ਇਸ ਲਈ ਜ਼ਰੂਰੀ ਹੁੰਦਾ ਵਾ ਕਿਉਂਕਿ ਹੁਣ ਤੁਸੀਂ ਜਿਸ ਬਿਲਡਿੰਗ ਵਿੱਚ ਜਾ ਕੇ ਡਿਗਰੀ ਲੈਣੀ ਆ ਉਸ ਬਿਲਡਿੰਗ ਵਿੱਚ ਐਂਟਰ ਹੋਣ ਲਈ ਤੁਹਾਨੂੰ ਪਾਸ ਚਾਹੀਦਾ ਹੁੰਦਾ, ਜੋ ਤੁਹਾਨੂੰ ਸਿੰਗਲ ਵਿੰਡੋ ਇਨਕੁਆਇਰੀ ਵਾਲੇ ਹੀ ਦਿੰਦੇ ਨੇ। ਹੁਣ ਤੁਹਾਨੂੰ ਪਾਸ ਮਿਲ ਚੁੱਕਿਆ ਵਾ। ਹੁਣ ਤੁਸੀਂ ਆਪਣੀ ਡਿਗਰੀ ਲਈ ਅਪਲਾਈ ਕਰਨਾ ਵਾ। ਤਾਂ ਜਿਸ ਗੇਟ ਤੋਂ ਤੁਸੀਂ PU ਵਿੱਚ ਐਂਟਰ ਕੀਤਾ ਸੀ ਉਸ ਦੇ ਲੈਫਟ ਸਾਈਡ ਹੀ ਇੱਕ ਬਹੁਤ ਵੱਡੀ ਬਿਲਡਿੰਗ ਆ ਅਤੇ ਥੱਲੇ ਕੁਝ ਪੁਲਿਸ ਵਾਲੇ ਵੀ ਖੜੇ ਹੁੰਦੇ ਆ। ਤੁਸੀਂ ਉਹਨਾਂ ਨੂੰ ਆਪਣਾ ਪਾਸ ਦਿਖਾ ਕੇ ਉਸ ਬਿਲਡਿੰਗ ਦੇ ਅੰਦਰ ਐਂਟਰ ਕਰ ਜਾਣਾ ਵਾ ਅਤੇ ਉਸ ਦੇ 4th ਫਲੋਰ 'ਤੇ ਚਲੇ ਜਾਣਾ ਵਾ ਅਤੇ ਉੱਥੇ ਇੱਕ ਰੂਮ ਹੋਊਗਾ ਜਿੱਥੇ ਲਿਖਿਆ ਹੋਊਗਾ ਡੁਪਲੀਕੇਟ ਸਰਟੀਫਿਕੇਟਸ। ਉੱਥੇ ਜਾ ਕੇ ਤੁਸੀਂ ਆਪਣੀ ਰਿਸਿਪਟ ਉਹਨਾਂ ਨੂੰ ਦਿਖਾ ਦੇਣੀ ਆ। ਜਦੋਂ ਤੁਸੀਂ ਉਹਨਾਂ ਨੂੰ ਆਪਣੀ ਰਿਸਿਪਟ ਦਿਖਾਓਗੇ ਤਾਂ ਫਿਰ ਉਹ ਤੁਹਾਨੂੰ PU ਦੇ ਕੁਝ ਸਟਾਫ ਮੈਂਬਰ ਕੋਲ ਭੇਜਣਗੇ, ਜਿਹੜਾ ਕਿ ਤੁਹਾਡੇ ਕਾਲਜ ਦਾ ਨੇਮ ਲੱਭਣਗੇ ਆਪਣੇ ਰਜਿਸਟਰ ਦੇ ਵਿੱਚ ਅਤੇ ਉੱਥੇ ਤੁਹਾਡਾ ਸਾਈਨ ਕਰਾਉਣਗੇ। ਜਿਹੜਾ ਤੁਹਾਡਾ ਇਹ ਸਾਰਾ ਕੰਮ ਹੈ ਇਹ ਤੁਹਾਡਾ 4th ਫਲੋਰ ਦੇ 'ਤੇ ਹੀ ਹੋ ਜਾਊਗਾ। ਤੁਹਾਨੂੰ ਹੋਰ ਕਿਸੇ ਵੀ ਫਲੋਰ 'ਤੇ ਨਹੀਂ ਜਾਣਾ ਪਊਗਾ ਜਾਂ ਫਿਰ ਹੋਰ ਕਿਸੇ ਵੀ ਬਿਲਡਿੰਗ ਵਿੱਚ ਨਹੀਂ ਜਾਣਾ ਪੈਣਾ। ਇਸ ਕਰਕੇ ਉਹੀ ਫਲੋਰ 'ਤੇ ਤੁਹਾਨੂੰ ਇੱਕ ਜਗ੍ਹਾ ਭੇਜਿਆ ਜਾਊਗਾ ਜਿੱਥੇ ਤੁਸੀਂ ਇੱਕ PU ਦੇ ਸਟਾਫ ਮੈਂਬਰ ਨੂੰ ਆਪਣੇ ਫਾਰਮ ਦਿਖਾਉਣਾ ਵਾ ਅਤੇ ਆਪਣੀ ਰਿਸਿਪਟ ਦਿਖਾਉਣੀ ਆ ਅਤੇ ਉਹ ਤੁਹਾਡੇ ਕਾਲਜ ਦਾ ਨਾਮ ਲੱਭੂਗਾ ਅਤੇ ਉਸ ਤੋਂ ਬਾਅਦ ਉੱਥੇ ਤੁਹਾਡੇ ਸਾਈਨ ਕਰਵਾ ਲਊਗਾ। ਜਦੋਂ ਤੁਸੀਂ ਉਸ ਰਜਿਸਟਰ 'ਤੇ ਸਾਈਨ ਕਰਤੇ ਤਾਂ ਉਸ ਤੋਂ ਬਾਅਦ ਜਿਹੜਾ PU ਦਾ ਸਟਾਫ ਮੈਂਬਰ ਹੋਊਗਾ ਉਹ ਥੱਲੇ ਜਾ ਕੇ 3rd ਫਲੋਰ 'ਤੇ ਤੁਹਾਡੀ ਜਿਹੜੀ ਡਿਗਰੀ ਆ ਉਹ ਖੁਦ ਅਪਲਾਈ ਕਰ ਦੇਊਗਾ। ਉੱਥੇ ਜਿਹੜੇ ਸਟਾਫ ਮੈਂਬਰ ਹੋਣਗੇ ਉਹਨਾਂ ਨੂੰ ਕਹਿ ਕੇ। ਤੁਹਾਡਾ ਹੁਣ ਇੱਥੇ ਜਿਹੜਾ ਕੰਮ ਆ ਉਹ ਸਿਰਫ ਵੇਟ ਕਰਨਾ। ਕਈ ਵਾਰ ਜਿਹੜੀ ਤੁਹਾਡੀ ਡਿਗਰੀ ਆ ਉਹ ਤੁਹਾਨੂੰ ਸਿਰਫ 10 ਤੋਂ 15 ਮਿੰਟ ਦੇ ਵਿੱਚ ਹੀ ਮਿਲ ਜਾਂਦੀ ਹੈ, ਪਰ ਕਈ ਵਾਰ ਜੇ ਰਸ਼ ਜ਼ਿਆਦਾ ਹੁੰਦਾ ਵਾ ਜਾਂ ਫਿਰ ਲੰਚ ਬ੍ਰੇਕ ਹੁੰਦਾ ਵਾ ਤਾਂ ਇਸ ਕਰਕੇ 2-3 ਘੰਟੇ ਵੀ ਲੱਗ ਜਾਂਦੇ ਆ। ਮੇਰੀ ਵਾਰ ਵੀ ਜਿਹੜਾ ਟਾਈਮ ਸੀਗਾ ਉਹ 3-4 ਘੰਟੇ ਲੱਗ ਗਏ ਸੀ। ਇਸ ਕਰਕੇ ਮੈਂ ਬਾਹਰ ਜਾ ਕੇ ਚੰਡੀਗੜ੍ਹ ਵਿੱਚ ਘੁੰਮਣ ਲੱਗ ਗਿਆ ਸੀ। ਤੁਸੀਂ ਵੀ ਚਾਹੋ ਤਾਂ ਚੰਡੀਗੜ੍ਹ ਵਿੱਚ ਇੱਧਰ ਉੱਧਰ ਜਾ ਕੇ ਘੁੰਮ ਸਕਦੇ ਹੋ ਅਤੇ ਪੂਰੇ ਟਾਈਮ 'ਤੇ ਵਾਪਸ ਆ ਕੇ ਤੁਸੀਂ ਆਪਣੀ ਡਿਗਰੀ ਲੈ ਸਕਦੇ ਹੋ। ਤਾਂ ਫਿਰ ਜਦੋਂ ਤੁਹਾਡੀ ਡਿਗਰੀ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਜਿਹੜਾ PU ਵਾਲੇ ਹੁੰਦੇ ਆ ਉਹ ਤੁਹਾਡਾ ਨੇਮ ਅਨਾਊਂਸ ਕਰਦੇ, ਜਾਂ ਫਿਰ ਤੁਸੀਂ ਖੁਦ ਹੀ ਉਸੇ ਰੂਮ ਵਿੱਚ ਜਾਣਾ ਵਾ 4th ਫਲੋਰ ਵਾਲੇ ਜਿੱਥੇ ਲਿਖਿਆ ਸੀਗਾ ਡੁਪਲੀਕੇਟ ਸਰਟੀਫਿਕੇਟਸ। ਉਹਨਾਂ ਨੂੰ ਜਾ ਕੇ ਤੁਸੀਂ ਪੁੱਛ ਲੈਣਾ ਵਾ ਕਿ ਤੁਹਾਡੀ ਡਿਗਰੀ ਬਣ ਚੁੱਕੀ ਹੈ ਜਾਂ ਫਿਰ ਨਹੀਂ। ਉੱਥੇ ਇੱਕ ਮੈਡਮ ਬੈਠੇ ਹੋਣਗੇ, ਉਹ ਤੁਹਾਨੂੰ ਦੱਸ ਦੇਣਗੇ। ਅਗਰ ਤੁਹਾਡੀ ਡਿਗਰੀ ਬਣੀ ਹੋਊਗੀ ਤਾਂ ਤੁਹਾਡੀ ਡਿਗਰੀ ਤੁਹਾਨੂੰ ਦੇ ਦੇਣਗੇ, ਨਹੀਂ ਫਿਰ ਤੁਹਾਨੂੰ ਦੱਸ ਦੇਣਗੇ ਤੁਸੀਂ ਥੋੜ੍ਹੀ ਹੋਰ ਵੇਟ ਕਰ ਲਓ। ਤੁਹਾਨੂੰ ਉਸੇ ਦਿਨ ਤੁਹਾਨੂੰ ਸੇਮ ਡੇ ਹੀ ਤੁਹਾਡੀ ਡਿਗਰੀ ਮਿਲ ਜਾਊਗੀ। ਤੁਹਾਨੂੰ ਡਿਗਰੀ ਪ੍ਰੋਵਾਈਡ ਕਰਨ ਤੋਂ ਪਹਿਲਾਂ ਉਹ ਤੁਹਾਡੇ DMC ਦੇਖਣਗੇ। ਉਸ ਤੋਂ ਇਲਾਵਾ ਉਹ ਤੁਹਾਡੇ ਆਧਾਰ ਕਾਰਡ ਦੀ ਫੋਟੋਕਾਪੀ ਦੇਖਣਗੇ ਅਤੇ ਜਿਹੜਾ ਤੁਹਾਡਾ ਆਧਾਰ ਕਾਰਡ ਦਾ ਨੰਬਰ ਆ ਉਹ ਆਪਣੇ ਰਜਿਸਟਰ ਵਿੱਚ ਲਿਖ ਲੈਣਗੇ, ਫਿਰ ਤੁਹਾਡੇ ਤੋਂ ਸਾਈਨ ਕਰਵਾ ਲੈਣਗੇ। ਫਿਰ ਬਸ ਉਸ ਤੋਂ ਬਾਅਦ ਤੁਸੀਂ ਆਪਣੀ ਡਿਗਰੀ ਲੈ ਕੇ ਉੱਥੋਂ ਜਾ ਸਕਦੇ ਹੋ। ਇੱਥੇ ਤੁਹਾਡਾ ਪ੍ਰੋਸੈਸ ਹੋ ਜਾਂਦਾ ਖਤਮ। ਜਿਹੜੀ ਤੁਹਾਨੂੰ ਓਰੀਜਨਲ ਡਿਗਰੀ ਮਿਲੂਗੀ ਉਹ ਇੱਦਾਂ ਦੀ ਦਿਖੂਗੀ। ਇਹ ਮੇਰੀ ਹੀ ਓਰੀਜਨਲ ਡਿਗਰੀ ਆ। ਮੈਂ ਤੁਹਾਨੂੰ ਸੈਂਪਲ ਦਿਖਾ ਰਿਹਾ ਵਾਂ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ ਕਿ ਓਰੀਜਨਲ ਡਿਗਰੀ ਕਿੱਦਾਂ ਦੀ ਦਿਖਦੀ ਆ। ਤਾਂ ਤੁਸੀਂ ਦੇਖ ਸਕਦੇ ਹੋ। ਇਸ 'ਤੇ ਮੈਂ ਅਲੱਗ ਤੋਂ ਵੀਡੀਓ ਵੀ ਬਣਾਈ ਸੀ ਕਿ ਡਿਗਰੀ 'ਤੇ ਕਿ ਤੁਹਾਡੀ ਡਿਗਰੀ ਕਿੱਦਾਂ ਦੀ ਦਿਖਦੀ ਆ। ਤੁਸੀਂ ਚਾਹੋ ਤਾਂ ਉਹ ਵੀ ਜਾ ਕੇ ਦੇਖ ਸਕਦੇ ਹੋ ਪੂਰੀ ਡਿਟੇਲ ਵਿੱਚ। ਤਾਂ ਇਹ ਆ ਤੁਹਾਡੀ ਓਰੀਜਨਲ ਡਿਗਰੀ। ਇਹੀ ਤੁਸੀਂ ਯੂਨੀਵਰਸਿਟੀ ਤੋਂ ਲੈ ਕੇ ਆਉਣੀ ਆ ਅਤੇ ਇਹੀ ਤੁਹਾਡੀ ਹਰ ਜਗ੍ਹਾ ਕੰਮ ਆਊਗੀ। ਜੇ ਤੁਹਾਨੂੰ ਇਹ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਲਗਾਤਾਰ ਰੈਗੂਲਰ ਅਪਡੇਟਸ ਮਿਲਦੇ ਰਹਿਣ ਅਤੇ ਇਸ ਤੋਂ ਇਲਾਵਾ ਹੋਰ ਵੀ ਯੂਜ਼ਫੁਲ ਵੀਡੀਓਜ਼ ਮਿਲਦੀਆਂ ਰਹਿਣ। ਥੈਂਕਸ ਫॉर ਵਾਚਿੰਗ ਮਾਈ ਵੀਡੀਓ।